जय मालकां दी, जय मालकां दी, जय मालकां दी। इदा थोड़ी एनर्जी भरनी पैंदी है ना। होर सुनाओ, सारे ठीक हो? तुसीं खुश हो? किन्ने कुछ खुश हो? ते की कहना? मैं बहुत, मैं बहुत, मैं बहुत। बस इदां मालक खुशी रखन। और ਜਿਹੜੀਆਂ ਜਿੱਦਾਂ ਦੱਸੀ ਰਹੀ ਆ ਮਾੜੀਆਂ ਮੋਟੀਆਂ ਕਮੀਆਂ ਮਾਲਕ ਨੇ ਆਪੇ ਪੂਰੀਆਂ ਕਰ ਦੇਣੀਆਂ ਹੈ। ਸੋ ਅੱਜ ਦਾ ਸਤਸੰਗ ਸ਼ੁਰੂ ਕਰੀਏ। ਉਸ ਤੋਂ ਪਹਿਲਾਂ ਜਿੱਦਾਂ ਤੁਸੀਂ ਦੇਖਿਆ ਇੱਕ ਪਰਿਵਾਰ ਜਿਨ੍ਹਾਂ ਨੇ ਅੱਜ ਦੇ ਸਤਸੰਗ ਦੀ ਰਹਿਮਤ ਆਪਣੀ ਝੋਲੀ ਪਵਾਈ ਹੈ, ਉਹਨਾਂ ਦਾ ਬੇਟਾ ਬਾਹਰ ਬੈਠਾ ਹੈ। ਬਸ ਉਹਦੀ ਇੱਕ ਭਾਵਨਾ ਸੀ ਕਿ ਮੈਂ ਮਾਲਕਾਂ ਦੇ ਦਰਬਾਰ 'ਤੇ ਸ਼ੁਕਰਾਨੇ ਦਾ ਸਤਸੰਗ ਕਰਵਾਉਣਾ ਹੈ। ਇਸ ਕਰਕੇ ਅੱਜ ਇਸ ਪਰਿਵਾਰ ਦੀ ਤਰਫੋਂ ਇਹ ਸਤਸੰਗ ਦੀ ਰਹਿਮਤ ਜੋ ਕਿ ਸ਼ੁਕਰਾਨੇ ਦੇ ਰੂਪ ਵਿੱਚ ਇਹਨਾਂ ਨੇ ਇਹ ਰਹਿਮਤ ਆਪਣੀ ਝੋਲੀ ਪਵਾਈ ਹੈ ਸਤਸੰਗ ਦੀ। ਸੋ ਸਭ ਤੋਂ ਪਹਿਲਾਂ ਅਸੀਂ ਆਪਣੀ ਤਰਫੋਂ ਰਾਈ ਹੋਈ ਸਾਰੀ ਸੰਗਤ ਦੀ ਤਰਫੋਂ ਇਸ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਬਹੁਤ ਬਹੁਤ ਵਧਾਈ ਦੇਵਾਂਗੇ, ਮੁਬਾਰਕਬਾਦ ਦੇਵਾਂਗੇ। ਕਿਉਂਕਿ ਜਦ ਵੀ ਕੋਈ ਪਰਿਵਾਰ ਸਤਸੰਗ ਦੀ ਰਹਿਮਤ ਆਪਣੀ ਝੋਲੀ 'ਚ ਪਵਾਉਂਦਾ ਹੈ ਤਾਂ ਬਹੁਤ ਕੁਛ ਮਾਲਕ ਦੇ ਘਰ 'ਚੋਂ ਹਾਸਿਲ ਕਰ ਲੈਂਦਾ ਹੈ। ਇਸ ਲਈ ਇਸ ਤੋਂ ਪਹਿਲਾਂ ਕਿ ਸਤਸੰਗ ਦੀ ਸ਼ੁਰੂਆਤ ਕਰੀਏ, ਆਓ ਸਾਰੇ ਰਲ ਕੇ ਇਸ ਪਰਿਵਾਰ ਵਾਸਤੇ ਉਸ ਮਾਲਕ ਦੇ ਚਰਨਾਂ 'ਚ ਅਰਦਾਸ ਬੇਨਤੀ ਕਰੀਏ ਕਿ ਮਾਲਕ ਇਸ ਪਰਿਵਾਰ ਨੂੰ ਖੁਸ਼ੀਆਂ ਦੇ ਨਾਲ, ਰਹਿਮਤਾਂ ਦੇ ਨਾਲ, ਬਰਕਤਾਂ ਦੇ ਨਾਲ, ਕਾਮਯਾਬੀ ਸਫਲਤਾ ਦੇ ਨਾਲ ਭਰਪੂਰ ਰੱਖਣ। ਆਉਣ ਵਾਲਾ ਸਮਾਂ ਇਹਨਾਂ ਵਾਸਤੇ ਹੋਰ ਵੀ ਜ਼ਿਆਦਾ ਖੁਸ਼ੀਆਂ, ਕਾਮਯਾਬੀ, ਸਫਲਤਾ ਭਰਿਆ ਹੋਵੇ। ਦਿਨ ਦੁਗਣੀ ਰਾਤ ਚੌਗਣੀ ਤਰੱਕੀ ਮਾਲਕ ਇਸ ਪਰਿਵਾਰ ਨੂੰ ਦੇਣ। ਹਰ ਤਕਲੀਫ, ਹਰ ਦੁੱਖ ਤੋਂ ਮਾਲਕ ਇਹਨਾਂ ਨੂੰ ਬਚਾ ਕੇ ਰੱਖਣ ਔਰ ਰੋਜ਼ੀ ਰਿਜ਼ਕ 'ਚ ਮਾਲਕ ਇਹਨਾਂ ਦੇ ਬਰਕਤਾਂ ਦੇਣ। ਔਰ ਜਿੱਦਾਂ ਅੱਜ ਇਹਨਾਂ ਨੇ ਖੁਸ਼ੀਆਂ ਨਾਲ ਸਤਸੰਗ ਕਰਵਾਏ ਹੈ, ਇਹ ਬੇਨਤੀ ਕਰੋ ਸਾਰੇ ਰਲ ਕੇ ਉਸ ਮਾਲਕ ਦੇ ਚਰਨਾਂ 'ਚ ਕਿ ਇੱਦਾਂ ਹੀ ਇਸ ਪਰਿਵਾਰ 'ਚ ਖੁਸ਼ੀਆਂ ਆਉਂਦੀਆਂ ਰਹਿਣ, ਤਾਂ ਇੱਦਾਂ ਹੀ ਖੁਸ਼ੀ ਨਾਲ ਸਤਸੰਗ ਕਰਵਾਉਂਦੇ ਰਹਿਣ, ਤਾਂ ਸਾਨੂੰ ਸਾਰਿਆਂ ਨੂੰ ਵੀ ਇਹ ਸਤਸੰਗ ਦਾ ਆਨੰਦ ਲੈਣ ਦਾ ਮੌਕਾ ਇਸੇ ਤਰ੍ਹਾਂ ਮਿਲਦਾ ਰਹੇ। ਇਹ ਸਾਰੇ ਜੀਵ ਇਸ ਪਰਿਵਾਰ ਵਾਸਤੇ ਬੇਨਤੀ ਕਰੋ। ਔਰ ਦੂਸਰਾ ਦੱਸਣਾ ਚਾਹਾਂਗੇ ਕਿ ਹੁਣੇ ਜ਼ਿਕਰ ਕੀਤਾ ਸੀ ਕਿ ਇੱਕ ਜੀਵ ਨੇ ਕੇਕ ਕਟਵਾਇਆ ਜਿਸ 'ਤੇ ਲਿਖਿਆ ਸੀ ਕਿ ਮਾਲਕ ਜੀ ਦੇ ਸ਼ੁਕਰਾਨੇ ਦਾ ਕੇਕ। ਕਿਉਂਕਿ ਉਹ ਜੀਵ ਦੱਸਦੇ ਹੈ ਕਿ ਪਿਛਲੇ ਕਾਫੀ ਸਮੇਂ ਤੋਂ ਉਹ ਬਾਹਰ ਜਾਣ ਦੀ ਟਰਾਈ ਕਰਦੇ ਸੀ, ਪਰ ਫਿਰ ਪਿਛਲੇ ਸਾਲ ਹੀ ਮਾਲਕਾਂ ਦੇ ਨਾਲ ਜੁੜੇ ਹੈ, ਨਾਮ ਦੀ ਦਾਤ ਲਈ ਹੈ। ਔਰ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਅਸੀਂ ਨਾਮ ਦੇ ਨਾਲ ਜੁੜੇ, ਸਾਡੇ ਜੀਵਨ ਦੀਆਂ ਸਾਰੀਆਂ ਪਰੇਸ਼ਾਨੀਆਂ, ਸਾਰੇ ਦੁੱਖ ਦੂਰ ਹੋ ਗਏ, ਜੀਵਨ 'ਚ ਖੁਸ਼ੀਆਂ ਆ ਗਈਆਂ। ਔਰ ਦੇਖੋ ਜਿਹੜਾ ਕੰਮ ਇੰਨੇ ਸਾਲਾਂ ਤੋਂ ਨਹੀਂ ਬਣ ਰਿਹਾ ਸੀ, ਉਹ ਮਾਲਕ ਦੀ ਰਹਿਮਤ ਨਾਲ ਇਹਨਾਂ ਦਾ ਵੀਜ਼ਾ ਲੱਗ ਗਿਆ ਹੈ ਔਰ ਜਲਦੀ ਇਹਨਾਂ ਨੇ ਬਾਹਰ ਜਾਣਾ ਹੈ। ਨੀਲਮ ਰਾਣੀ ਨਾਮ ਹੈ ਤੁਹਾਡਾ। तो ये जीव भी ऐसे जो मालकां दे दरबार की सेवा करते रहते, संगत की सेवा करते रहते हैं। अज असीं तुहानूं भी बहुत बहुत बधाई देवांगे क्योंकि बहुत बड़ी रहमत तुसीं भी लैके जा रहे हो अज, ठीक है। और उसदे नाल नाल कुछ जीवां ने लिखती जो मालकां की रहमत उन्हां ते होई है, उन्होंने लिख के सानूं दित्ती है और कहा है कि मालक जी ये बहुत बड़ियां रहमत तुसीं साडे ते कीती है, संगत नूं जरूर दस्सिओ। सो ये जीवां दे जिन्हां दी बेनती असीं पढ़न लगे हैं, जिथे भी है वो उठ के आप ही खड़ जाओ ना, फिर थोड़ा संगत नूं पता लग जाता है कि इन्हां दा परिवार इटली च है, जिन्हां ने बेनती लिख के दी है सानूं। ये लिखते हैं असीं लम्मा पिंड जलंधर तो आए हाँ। जय मालकां दी, मालक जी असीं लम्मा पिंड जलंधर तो आए हाँ। सामने जीव खड़े है और ये लिखते हैं कि इन्हां दे भरा और भरजाई इटली में रहिंदे है और उन्होंने शादी नूं काफ़ी समा हो गया सी और उन्होंने कोई औलाद नहीं सी। सो इन्हां दा जो लिखना है कि वो जद भी इंडिया आते सी, वो कई जगह गए, बहुत कुछ उपाय किए, उधर भी बहुत कुछ उपाय किए उन्होंने, पर उन्होंने झोली नहीं भरी, यानी गोद हरी नहीं हुई। पर फिर मालक जी असीं दरबार ते आए और दरबार ते जदों आए, यूट्यूब ते सत्संग सुनिया, दरबार ते आए, फिर इन्होंने अपने भरा नूं मैसेज किया कि इस तरह मालकां दा सत्संग यूट्यूब ते आंदा है, जरूर सुनो। फिर कहते जदों उन्होंने यूट्यूब ते सत्संग सुनना शुरू किया, जदों यूट्यूब ते सत्संग सुनना शुरू किया, सत्संग सुनदे ही उन्होंने फरियाद की कि इन्ने साल हो गए साडे घर कोई औलाद नहीं है, मालको रहमत करो। तो कहते जो इन्ने साल च नहीं होया, सत्संग सुन दे नाल एक महीने च ही मालकां ने उन्हां दी झोली भर दी और इस वेले
ਇਹ ਦੱਸਦੇ ਕਿ ਅੱਜ ਇਹ ਸ਼ੁਕਰਾਨੇ ਦੀ ਨਿਆਜ਼ ਲੈ ਕੇ ਆਏ ਹੈ, ਕਿਉਂਕਿ ਜੋ ਇਹਨਾਂ ਨੇ ਲਿਖਿਆ ਕਿ ਇਸ ਵੇਲੇ ਉਹਨਾਂ ਨੂੰ 4 ਮੰਥ ਯਾਨੀ ਪ੍ਰੈਗਨੈਂਸੀ ਹੈ ਹੁਣ 4 ਮਹੀਨਿਆਂ ਦੀ। ਤਾਂ ਅੱਜ ਇਹ ਖੁਸ਼ੀ ਦੀ ਨਿਆਜ਼ ਲੈ ਕੇ ਆਏ ਆ, ਕਿਉਂਕਿ ਉਹਨਾਂ ਨੇ ਕਿਹਾ ਕਿ ਜਦੋਂ ਹੀ ਅਸੀਂ ਸਤਸੰਗ ਸੁਣ ਕੇ ਬੇਨਤੀ ਕੀਤੀ ਤਾਂ ਜਿੱਦਾਂ ਦੱਸਿਆ ਜੋ ਇੰਨੇ ਸਾਲਾਂ ਤੋਂ ਦੇਖੋ ਮਾਲਕਾਂ ਦੇ ਸਤਸੰਗ ਸੁਣਨ ਦੇ ਨਾਲ ਹੀ ਵਿਸ਼ਵਾਸ ਦੇ ਨਾਲ ਬੇਨਤੀ ਕਰਨ ਨਾਲ ਮਾਲਕ ਨੇ ਉੱਥੇ ਬੈਠਿਆਂ ਦੀ ਝੋਲੀ ਖੁਸ਼ੀਆਂ ਨਾਲ ਭਰ ਦਿੱਤੀ। ਤਾਂ ਅਸੀਂ ਕਈ ਵਾਰ ਕਹੀਦਾ ਹੈ ਕਿ ਜੇ ਇੱਕ ਇਨਸਾਨ ਉੱਥੇ ਬੈਠਾ ਸ਼ਰਧਾ ਨਾਲ ਪ੍ਰੇਮ ਨਾਲ ਬੇਨਤੀ ਕਰਦਾ ਹੈ ਤਾਂ ਮਾਲਕ ਦੀ ਰਹਿਮਤ ਉੱਥੇ ਤੱਕ ਪਹੁੰਚ ਜਾਂਦੀ ਹੈ। ਤਾਂ ਤੁਸੀਂ ਤਾਂ ਅੱਜ ਬੈਠੇ ਹੀ ਮਾਲਕ ਦੇ ਘਰ 'ਚ ਹੋ, ਤੁਹਾਨੂੰ ਕੀ ਕੁਝ ਨਹੀਂ ਮਿਲੇਗਾ, ਬਸ ਦਿਲ ਦੇ ਵਿੱਚ ਵਿਸ਼ਵਾਸ ਹੋਣਾ ਚਾਹੀਦਾ ਹੈ, ਦਿਲ ਦੇ ਵਿੱਚ ਪਿਆਰ ਹੋਣਾ ਚਾਹੀਦਾ, ਯਕੀਨ ਹੋਣਾ ਚਾਹੀਦਾ ਹੈ। ਤੇ ਇੱਕ ਹੋਰ ਜੀਵ ਹੈ ਜਿਨ੍ਹਾਂ ਨੇ ਬੇਨਤੀ ਲਿਖੀ ਹੈ, ਸ਼ਾਇਦ ਉਹਨਾਂ ਦੀ ਮੰਮੀ ਬਾਰੇ ਲਿਖਿਆ ਸੀ ਕਿ ਉਹਨਾਂ ਨੂੰ ਅਟੈਕ ਹੋਣ ਲੱਗਾ ਸੀ। ਉਹ ਕਿਹੜੇ ਜੀਵ ਹੈ? ਆਹ ਦੇਖੋ, ਆਹ ਸਾਹਮਣੇ ਖੜੇ ਹੈ, ਇਹਨਾਂ ਨੇ ਵੀ ਹੁਣੇ ਹੀ ਅੱਜ ਹੀ ਦੱਸਿਆ ਸਾਨੂੰ ਕਿ ਇਹਨਾਂ ਦੀ ਮੰਮੀ ਵੀ ਨਾਲ ਹੋਣਗੇ। ਆਹ ਦੇਖੋ ਇਸ ਵੇਲੇ ਆਪ ਖੜੇ ਹੋ ਜਾਓ ਜ਼ਰਾ। ਹੁਣ ਆਹ ਸਾਹਮਣੇ ਤੁਹਾਡੇ ਖੜੇ ਆ, ਇਹ ਬੇਟਾ ਇਹਨਾਂ ਦੀ ਮੰਮੀ ਹੈ, ਜੋ ਕਿ ਇਹ ਲਿਖ ਕੇ ਦੱਸਦੇ ਆ ਕਿ ਮਾਲਕੋ ਇਹਨਾਂ ਨੂੰ ਅਟੈਕ ਹੋ ਗਿਆ ਸੀ ਅਧਰੰਗ ਦਾ। ਤੁਹਾਡੇ ਸਾਹਮਣੇ ਕਹਿੰਦੇ ਇੱਕ ਹਿੱਸਾ ਬਿਲਕੁਲ ਰਹਿ ਗਿਆ ਸੀ, ਪਰ ਫਿਰ ਅਸੀਂ ਉਸੇ ਵੇਲੇ ਮਾਲਕਾਂ ਦੇ ਅੱਗੇ ਬੇਨਤੀ ਕੀਤੀ ਕਿ ਮਾਲਕੋ ਮੰਮੀ ਤੇ ਰਹਿਮਤ ਕਰੋ, ਨਿਆਜ਼ ਦੀ ਬੇਨਤੀ ਕੀਤੀ ਕਿ ਰਹਿਮਤ ਕਰੋ। ਕਹਿੰਦੇ 15-20 ਮਿੰਟਾਂ ਜੀ ਇਹ ਪੂਰੀ ਤਰ੍ਹਾਂ ਠੀਕ ਹੋ ਗਏ ਔਰ ਅੱਜ ਚੱਲ ਕੇ ਆਏ ਹੈ। ਔਰ ਇਹ ਦੱਸ ਰਹੇ ਹੈ ਕਿ ਇਹ ਕੋਈ ਕਹਾਣੀਆਂ ਨਹੀਂ ਹੈ, ਤੁਹਾਡੇ ਸਾਹਮਣੇ ਜੀਵ ਖੜੇ ਹੈ ਔਰ ਇਹ ਆਪ ਲਿਖ ਕੇ ਦੇ ਰਹੇ ਹੈ। ਕਿਉਂਕਿ ਜਦੋਂ ਕਿਸੇ ਜੀਵ ਨਾਲ ਉਹ ਰਹਿਮਤ ਹੁੰਦੀ ਹੈ ਕਿ ਜਿੱਥੇ ਡਾਕਟਰ ਵੀ ਹੈਰਾਨ ਹੋ ਜਾਂਦੇ ਹੈ ਜਾਂ ਬੰਦਾ ਆਪ ਹੈਰਾਨ ਹੋ ਜਾਂਦਾ ਕਿ ਡਾਕਟਰਾਂ ਦਾ ਟ੍ਰੀਟਮੈਂਟ ਤਾਂ ਚੱਲ ਰਿਹਾ ਪਰ ਕੋਈ ਫਰਕ ਨਹੀਂ ਪੈ ਰਿਹਾ, ਪਰ ਜਿੱਦਾਂ ਨਿਆਜ਼ ਦੀ ਬੇਨਤੀ ਕੀਤੀ ਤਾਂ 10-15 ਮਿੰਟ 'ਚ ਹੀ 15-20 ਮਿੰਟ 'ਚ ਹੀ ਹੁਣ ਤੁਹਾਡੇ ਕੋਲ ਹੈ, ਤੁਹਾਡੇ ਸਾਹਮਣੇ ਹੈ। ਇਹ ਤਾਂ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਅਟੈਕ ਹੁੰਦਾ ਤਾਂ ਫਿਰ ਬੰਦਾ ਸਾਰੀ ਜ਼ਿੰਦਗੀ ਇੱਕ ਪਾਸਾ ਤਾਂ ਬੰਦੇ ਦਾ ਰਹਿ ਹੀ ਜਾਂਦਾ ਹੈ। ਪਰ ਇਹ ਦੱਸਦੇ ਆ ਕਿ ਮਾਲਕੋ ਵਿਸ਼ਵਾਸ ਨਾਲ ਯਾਦ ਕੀਤਾ, ਬੇਨਤੀ ਕੀਤੀ ਤਾਂ ਉਹ ਰਿਜ਼ਲਟ ਸਾਨੂੰ ਥੋੜੇ ਸਮੇਂ 'ਚ ਹੀ ਦੇਖਣ ਨੂੰ ਮਿਲ ਗਿਆ। ਸਮਝਦੇ ਹੋ ਕਿ ਨਹੀਂ? ਇਸ ਲਈ ਇਹ ਕਹਿਣਾ ਚਾਹਾਂਗੇ, ਉਹ ਕਈ ਵਾਰ ਨਾ ਇੱਕ ਐਡ ਆਉਂਦੀ ਸੀ ਕਿ ਡਿਸਪ੍ਰਿਨ ਦੀ ਗੋਲੀ ਲਓ 5-10 ਮਿੰਟ ਦੀ, ਇਹ ਤਾਂ ਮਾਲਕ ਦੀ ਰਹਿਮਤ ਤਾਂ ਉਸ ਤੋਂ ਪਹਿਲਾਂ ਅਸਰ ਕਰਕੇ ਦਿਖਾਉਂਦੀ ਹੈ। ਬਸ ਯਕੀਨ ਹੋਣਾ ਚਾਹੀਦਾ ਮਾਲਕ ਦੇ ਉੱਪਰ। ਇਸ ਲਈ ਕਈ ਤਾਂ ਕਹਿ ਦਿਓ ਮੈਨੂੰ ਆਪਣੇ ਮਾਲਕ ਤੇ ਪੂਰਾ, ਮੇਰੀਆਂ ਝੋਲੀਆਂ ਖੁਸ਼ੀਆਂ ਨਾਲ, ਮੇਰੇ ਸਾਰੇ ਦੁੱਖ ਦੂਰ, ਮੇਰਾ ਮਾਲਿਕ ਮੇਰੇ। ਅਜੇ ਵਿਸ਼ਵਾਸ ਹੋਣਾ ਚਾਹੀਦਾ ਅੰਦਰ, ਕਿਉਂਕਿ ਕੋਈ ਕਹਾਣੀਆਂ ਨਹੀਂ ਹੈ। ਇਸੇ ਲਈ ਤਾਂ ਗੁਰੂ ਰਹਿਬਰ ਪੀਰ ਫਕੀਰ ਸ਼ੁਰੂ ਤੋਂ ਰੱਬ ਦੀਆਂ ਰਹਿਮਤਾਂ ਦੀ, ਉਹਦੇ ਪਿਆਰ ਦੀ ਔਰ ਵਿਸ਼ਵਾਸ ਦੀ ਗੱਲ ਕਰਦੇ ਆ ਗਏ। ਸੋ ਅਗਰ ਐਡੀਆਂ ਵੱਡੀਆਂ ਹਸਤੀਆਂ ਨੇ, ਐਡੀਆਂ ਵੱਡੀਆਂ ਤਾਕਤਾਂ ਨੇ ਕੁਛ ਕਿਹਾ ਹੈ, ਆਪਣੇ ਵਚਨਾਂ ਦੇ ਜ਼ਰੀਏ ਦੱਸਿਆ ਹੈ, ਤਾਂ ਉਹਨਾਂ ਨੇ ਉਹ ਮਜ਼ਾਕ ਨਹੀਂ ਕੀਤਾ ਜਾਂ ਮਨ ਬਹਿਲਾਉਣ ਵਾਲੀਆਂ ਗੱਲਾਂ ਨਹੀਂ ਦਸੀਆਂ। ਉਹਨਾਂ ਨੇ ਸੱਚਾਈ ਦਸੀ ਹੈ ਜ਼ਿੰਦਗੀ ਦੀ ਕਿ ਜੋ ਸਾਨੂੰ ਪੈਦਾ ਕਰ ਸਕਦਾ ਹੈ, ਅਗਰ ਉਸ ਤੇ ਅਸੀਂ ਵਿਸ਼ਵਾਸ ਰੱਖੀਏ, ਉਹ ਸਾਡੇ ਹਰ ਦੁੱਖ ਨੂੰ ਦੂਰ ਵੀ ਕਰ ਸਕਦਾ ਹੈ ਔਰ ਸਾਨੂੰ ਹਰ ਮੁਸ਼ਕਿਲ ਚੋਂ ਬਚਾ ਵੀ ਸਕਦਾ ਹੈ। ਬਸ ਅੰਦਰ ਵਿਸ਼ਵਾਸ, ਯਕੀਨ ਹੋਣਾ ਚਾਹੀਦਾ ਹੈ। ਸੋ ਬੈਠੋ। ਇਹ ਕਿਹੜੇ ਜੀਵਾਂ ਦੀ ਬੇਨਤੀ ਹੈ ਜਿਹਨਾਂ ਨੇ ਹੁਣੇ ਫੜਾਈ ਹੈ? ਤਾਂ ਪਿੱਛੇ ਖੜੇ ਸੀ, ਹੁਣੇ ਉੱਠ ਕੇ ਖੜ ਜਾਓ ਜ਼ਰਾ। ਹੁਣੇ ਵੀ ਲਿਖ ਕੇ ਦੱਸਦੇ ਕਿ ਮਾਲਕ ਜੀ ਮੇਰਾ ਨਾਮ ਸੋਨੀਆ ਹੈ, ਮੈਂ ਜਲੰਧਰ ਬੂਟਾ ਮੰਡੀ ਤੋਂ ਆਈ ਹਾਂ। ਮੈਂ 18 ਸਾਲ ਤੋਂ ਬਿਮਾਰ ਸੀ, ਮੈਨੂੰ ਕਿਸੇ ਨੇ ਕੁਝ ਕੀਤਾ ਸੀ ਤੇ ਮਾਲਕ ਜੀ ਅੱਜ ਮੇਰੀ ਹਜੇ ਪਹਿਲੀ ਚੌਂਕੀ ਹੈ ਤੇ ਮਾਲਕ ਜੀ ਮੈਂ ਪੂਰੀ ਤਰ੍ਹਾਂ ਬਿਲਕੁਲ ਠੀਕ ਹਾਂ ਔਰ ਮੇਰੇ ਤੇ ਮਾਲਕ ਦੀ ਬਹੁਤ ਰਹਿਮਤ ਹੈ, ਮੈਂ ਬਹੁਤ ਖੁਸ਼ ਹਾਂ ਔਰ ਮੈਂ ਬਹੁਤ ਖੁਸ਼ ਹਾਂ ਔਰ ਮਾਲਕ ਜੀ ਮੈਨੂੰ ਤੁਹਾਡੀ ਰਹਿਮਤ, ਤੁਹਾਡਾ ਸਾਥ ਹਮੇਸ਼ਾ ਚਾਹੀਦਾ ਹੈ। ਤਾਂ ਬਸ ਵਿਸ਼ਵਾਸ ਰੱਖੋ ਤਾਂ ਮਾਲਕ ਹਮੇਸ਼ਾ ਤੁਹਾਡੇ ਨਾਲ ਹੀ ਹੈ। ਖੁਸ਼ ਰਹੋ। ਹੁਣ ਮਾਲਕ ਦੇ ਚਰਨਾਂ 'ਚ ਆ ਗਏ ਤਾਂ ਖੁਸ਼ ਹੀ ਰਹਿਣਾ ਹੁਣ ਤੁਸੀਂ, ਔਰ ਕੋਈ ਕਮੀ ਨਹੀਂ ਮਾਲਕ ਨੇ ਆਉਣ ਦੇ। ਸੋ ਇਸ ਤਰ੍ਹਾਂ ਬੈਠ ਜਾਓ। ਹੁਣ ਤੁਸੀਂ ਵੀ ਰਹਿਮਤਾਂ ਲੈ ਕੇ ਜਾਣੀਆਂ ਕਿ ਨਹੀਂ? ਕੋਈ ਟੈਨਸ਼ਨ, ਕੋਈ ਚਿੰਤਾ, ਫਿਕਰ ਹੈ ਨਹੀਂ? ਕਮਾਲ ਦੀ ਗੱਲ ਹੈ। ਚਲੋ ਕੋਈ ਹੋਈ ਵੀ ਤਾਂ ਬੈਠੇ ਹਾਂ ਅਸੀਂ ਦੂਰ ਕਰਨ ਵਾਲੇ, ਕਿਉਂਕਿ ਤੁਹਾਨੂੰ ਸਾਡੇ ਤੇ ਤਾਂ ਸਾਨੂੰ ਆਪਣੇ ਮਾਲਿਕ ਤੇ ਪੂਰਾ ਵਿਸ਼ਵਾਸ ਹੈ। ਇਹ ਤਾਰ ਨਾਲ ਤਾਰ ਜੁੜੀ ਹੁੰਦੀ ਹੈ।
ਇਧਰੋਂ ਇੱਧਰ ਜੁੜੀ ਤੇ ਇਧਰੋਂ ਉੱਧਰ ਜੁੜੀ ਹੈ। ਔਰ ਜਿੱਦਾਂ ਦੱਸੀਦਾ ਹੈ ਨਾ ਕਿ ਜੇ ਫਰਜ਼ ਕਰੋ ਤੁਸੀਂ ਕੂਲਰ ਹੋ ਨਾ, ਤਾਂ ਇਹ ਕਿਤੇ ਨਾ ਕਿਤੇ ਪਲੱਗ ਤਾਂ ਲਾਣਾ ਹੀ ਪੈਂਦਾ ਹੈ, ਤਾਂ ਫੇਰ ਹੀ ਚੱਲਣਾ ਹੈ ਇਹ। ਤਾਂ ਪਲੱਗ ਵਿੱਚ ਬਿਜਲੀ ਕਿੱਥੋਂ ਆ ਰਹੀ ਹੈ? ਪਿੱਛੇ ਕਿਤੇ ਨਾ ਕਿਤੇ ਕੋਈ ਬਿਜਲੀ ਘਰ, ਕੋਈ ਵੱਡਾ ਉਹ ਬਿਜਲੀ ਘਰ ਹੈ ਜਿੱਥੋਂ ਬਿਜਲੀ ਪੈਦਾ ਹੋ ਰਹੀ ਹੈ, ਔਰ ਉਹ ਛੋਟਾ ਜਿਹਾ ਪਲੱਗ ਹੈ, ਉਹਦੇ ਜ਼ਰੀਏ ਉਹ ਬਿਜਲੀ ਸਾਡੇ ਤੱਕ ਜਾਂ ਕੂਲਰ ਤੱਕ, ਏਸੀ ਤੱਕ ਪਹੁੰਚਦੀ ਹੈ। ਇਸੇ ਤਰ੍ਹਾਂ ਸਮਝ ਲਓ ਕਿ ਗੁਰੂ ਰਹਿਬਰ ਫਕੀਰ ਨਾ ਉਹ ਪਲੱਗ ਦੀ ਤਰ੍ਹਾਂ ਹੀ ਹੁੰਦੇ ਹੈ, ਔਰ ਪਿੱਛੇ ਉਹ ਬੜਾ ਬਿਜਲੀ ਘਰ ਉਹ ਪਰਮਾਤਮਾ ਹੁੰਦਾ ਹੈ। ਔਰ ਅਗਰ ਜੇ ਬੰਦਾ ਕਵੇ ਨਾ ਕਿ ਸਿੱਧਾ ਮੈਂ ਬਿਜਲੀ ਘਰ ਤੋਂ ਬਿਜਲੀ ਲੈਣੀ ਹੈ, ਤਾਂ ਬਿਜਲੀ ਘਰ 'ਚ ਕੀ ਲਿਖਿਆ ਹੁੰਦਾ ਹੈ? ਸਾਵਧਾਨ 440 ਵੋਲਟ ਹੈ ਜਾਂ 11,000 ਵੋਲਟ ਹੈ, ਹੱਥ ਲਾਏਗਾ ਮਰ ਜਾਏਗਾ। ਇਸ ਲਈ ਤੂੰ ਉੱਥੇ ਪਲੱਗ ਜੋੜ ਜਿੱਥੇ ਉਨਾ ਕੁ ਕਰੰਟ ਹੈ ਜਿਹਦੇ ਨਾਲ ਤੇਰਾ ਨੁਕਸਾਨ ਨਹੀਂ ਹੋਣਾ, ਤੈਨੂੰ ਫਾਇਦਾ ਹੀ ਫਾਇਦਾ ਹੋਣਾ ਹੈ। ਇਸ ਕਰਕੇ ਗੁਰੂ ਰਹਿਬਰ ਵੀ ਨਾ ਉਹ ਰੱਬ ਇਸ ਤਰ੍ਹਾਂ ਭੇਜਦਾ ਹੈ ਕਿ ਮੇਰੀ ਐਡੀ ਵੱਡੀ ਰਹਿਮਤ ਨੂੰ ਤੂੰ ਕਿੱਦਾਂ ਸੰਭਾਲੇਗਾ। ਇਸ ਲਈ ਫਕੀਰਾਂ ਕੋ ਜਾ, ਸੰਤਾਂ ਕੋ ਜਾ, ਤਾਂ ਕਿ ਉਸ ਹਿਸਾਬ ਨਾਲ ਹੀ ਕਰੰਟ ਤੇਰੇ ਤੱਕ ਪਹੁੰਚਾਉਣਗੇ, ਤੇਰੇ ਤੱਕ ਭੇਜਣਗੇ ਜਿੰਨਾ ਕੁ ਤੂੰ ਸਹਿਨ ਕਰ ਸਕਦਾ ਹੈ। ਇਸ ਲਈ ਡਾਕਟਰ ਹੁੰਦੇ ਆ ਨਾ, ਉਹਦੇ ਤੇ ਲਿਖਿਆ ਹੁੰਦਾ ਕਿੰਨਾ ਵੋਲਟ ਇਹ ਬਰਦਾਸ਼ਤ ਕਰ ਸਕਦਾ ਹੈ, ਬਸ ਉਹਨਾਂ ਉਨਾ ਹੀ ਕਰੰਟ ਅੱਗੇ ਭੇਜਣਾ ਹੈ। ਬਸ ਇਸੇ ਤਰ੍ਹਾਂ ਸਮਝ ਲਓ, ਅੱਜ ਤੁਸੀਂ ਵਿਸ਼ਵਾਸ ਨਾਲ ਪਿਆਰ ਨਾਲ ਆ ਗਏ ਹੋ ਤਾਂ ਹੁਣ ਮਾਲਕ ਦੀ ਰਹਿਮਤ ਦਾ ਕਰੰਟ, ਉੱਦਾਂ ਨਹੀਂ ਕਰੰਟ, ਉਹਦੀ ਰਹਿਮਤ ਦਾ ਉਹ ਕਰੰਟ ਤੁਹਾਡੇ ਤੱਕ ਆਉਣਾ ਹੈ ਕਿ ਤੁਹਾਡੇ ਜੀਵਨ ਦੇ ਵਿੱਚ ਵੀ ਖੁਸ਼ੀਆਂ ਦੀਆਂ ਠੰਡੀਆਂ ਹਵਾਵਾਂ ਆ ਜਾਣੀਆਂ, ਔਰ ਕਿਸੇ ਚੀਜ਼ ਦੀ ਕਮੀ ਨਹੀਂ ਮਾਲਕ ਨੇ ਰਹਿਣ ਦੇਣੀ। ਸੋ ਤਿਆਰ ਹੋ ਫਿਰ ਸਤਸੰਗ ਦਾ ਆਨੰਦ ਲੈਣ ਨੂੰ। ਫਿਰ ਕਹਿ ਦਿਓ ਮੈਂ ਬਹੁਤ, ਹੁਣ ਹੱਸ ਕੇ ਦਿਖਾਓ ਜ਼ਰਾ। ਅੱਛਾ, ਕਿੰਨਾ ਕੁ ਖੁੱਲ ਕੇ ਹੱਸ ਸਕਦੇ ਹੋ? ਪਿੱਛੇ ਜੀਵ ਘੱਟ ਹੱਸਦੇ ਪਏ ਨਾ। ਜਿਹਨੂੰ ਖੁਸ਼ੀ ਚਾਹੀਦੀ ਇੱਕ ਵਾਰ ਫਿਰ ਸਮਾਈਲ ਕਰੋ। ਜਦ ਤੱਕ ਅਸੀਂ ਪਾਣੀ ਦਾ ਗਲਾਸ ਪੀਂਦੇ ਹਾਂ ਤੁਸੀਂ ਹੱਸਣਾ ਹੈ ਥੋੜਾ ਜਿਹਾ ਨਾ, ਹਾਲੇ ਪੀਤਾ ਨਹੀਂ ਅਸੀਂ। ਆਓ ਫਿਰ ਹੁਣ ਸਤਸੰਗ ਦਾ ਆਨੰਦ ਲਈਏ। ਕਹਿ ਦਿਓ ਫਿਰ ਜੈ ਮਾਲਕਾਂ ਦੀ। ਸ਼ੁਰੂ ਕਰਦੇ ਹਾਂ ਉਸ ਦੋ ਜਹਾਨ ਦੇ ਪਾਲਣਹਾਰ ਦਾ ਨਾਮ ਲੈ ਕੇ, ਜੋ ਸਭ ਤੇ ਬਹੁਤ ਹੀ ਰਹਿਮਤਾਂ ਔਰ ਬਖਸ਼ਿਸ਼ਾਂ ਕਰਨੇ ਵਾਲਾ ਹੈ। ਅੱਜ ਦੇ ਸਤਸੰਗ ਦੀ ਸ਼ੁਰੂਆਤ ਅਸੀਂ ਮੀਆਂ ਮੁਹੰਮਦ ਬਖਸ਼ ਜੀ, ਇੱਕ ਬਹੁਤ ਬੜੇ ਫਕੀਰ ਹੋਏ ਹੈ, ਉਹਨਾਂ ਦੇ ਇੱਕ ਕਲਾਮ ਤੋਂ ਕਰਾਂਗੇ। ਔਰ ਇਸ ਕਲਾਮ ਦੇ ਅੰਦਰ ਉਹ ਬੜੀ ਪਿਆਰੀ ਗੱਲ ਕਰਦੇ ਹੈ, ਔਰ ਇਹ ਇੱਕ ਬੜਾ ਪਿਆਰਾ ਇਸ਼ਾਰਾ ਵੀ ਕਰਦੇ ਹੈ। ਔਰ ਜਿਸ ਤਰ੍ਹਾਂ ਅਸੀਂ ਕਈ ਵਾਰ ਦੱਸੀਦਾ ਹੈ ਕਿ ਫਕੀਰਾਂ ਦੇ ਇਸ਼ਾਰੇ ਹੀ ਹੁੰਦੇ ਹੈ, ਜਿਹੜਾ ਸਮਝ ਲੈਂਦਾ ਹੈ ਫਕੀਰਾਂ ਦੇ ਇਸ਼ਾਰੇ, ਉਹ ਲੈਂਦਾ ਹੈ ਰੱਬ ਦੀਆਂ ਰਹਿਮਤਾਂ ਦੇ ਨਜ਼ਾਰੇ। ਕਿਉਂਕਿ ਜਿਸਨੇ ਫਕੀਰਾਂ ਦੇ ਇਸ਼ਾਰਿਆਂ ਨੂੰ ਸਮਝ ਲਿਆ ਫਿਰ ਉਹੀ ਨਜ਼ਾਰਿਆਂ ਤੱਕ ਪਹੁੰਚਦਾ ਹੈ। ਤਾਂ ਜਿਹੜਾ ਫਕੀਰਾਂ ਦੇ ਇਸ਼ਾਰੇ ਹੀ ਨਾ ਸਮਝੇ ਜਾਂ ਫਕੀਰਾਂ ਦੇ ਵਚਨਾਂ ਨੂੰ ਹੀ ਨਾ ਸਮਝ ਪਾਵੇ, ਉਹ ਕਦੀ ਰੱਬ ਦੀਆਂ ਰਹਿਮਤਾਂ ਤੱਕ, ਉਹਦੇ ਨਜ਼ਾਰਿਆਂ ਤੱਕ ਵੀ ਪਹੁੰਚ ਨਹੀਂ ਪਾਉਂਦਾ। ਇਸ ਲਈ ਦੇਖੋ, ਇਸ ਕਲਾਮ ਦੇ ਅੰਦਰ
ਮੀਆਂ ਮੁਹੰਮਦ ਬਖਸ਼ ਜੀ ਕਿੰਨਾ ਪਿਆਰਾ ਸਮਝਾ ਰਹੇ ਹੈ। ਜ਼ਰਾ ਹੁਣ ਗੌਰ ਕਰੀਏ, ਇੱਕ ਇੱਕ ਸ਼ਬਦ ਨੂੰ ਸਮਝੀਏ। ਕੀ ਕਹਿੰਦੇ ਆ ਮੀਆਂ ਮੁਹੰਮਦ ਬਖਸ਼? ਉਹ ਦੱਸਦੇ ਹੈ ਕਿ ਫਕਰ ਜ਼ਿਕਰ ਕਰਦੇ ਰੱਬ ਆਪਣੇ ਦਾ, ਫਕਰ ਜ਼ਿਕਰ ਕਰਦੇ ਰੱਬ ਆਪਣੇ ਦਾ, ਤੇ ਫਿਕਰ ਕਰਦੇ ਸਭ ਦੀ ਦੂਰ ਮੀਆਂ। ਮੀਆਂ ਮੁਹੰਮਦ ਬਖਸ਼ ਜੀ ਕੀ ਕਹਿੰਦੇ ਆ ਕਿ ਫਕੀਰ ਕੌਣ ਹੁੰਦੇ ਹੈ? ਉਹ ਕਹਿੰਦੇ ਫਕੀਰ ਉਹ ਹੈ ਜਿਹੜੇ ਆਪਣੇ ਰੱਬ ਦਾ ਜ਼ਿਕਰ ਕਰਦੇ ਹੈ। ਜ਼ਿਕਰ ਦਾ ਮਤਲਬ ਸਮਝਦੇ ਹੋ ਕਿ ਨਹੀਂ? ਕਿਉਂਕਿ ਜ਼ਿਕਰ ਇੱਕ ਬਾਹਰੀ ਹੁੰਦਾ ਹੈ, ਬਾਤਨੀ ਹੁੰਦਾ ਹੈ, ਯਾਨੀ ਅੰਦਰੂਨੀ ਹੁੰਦਾ ਹੈ, ਇੱਕ ਬਾਹਰੀ ਹੁੰਦਾ ਹੈ। ਜਿਹਨੂੰ ਆਪਾਂ ਜ਼ਾਹਰੀ ਜ਼ਿਕਰ ਕਹਿੰਦੇ ਆ, ਬਾਤਨੀ ਜ਼ਿਕਰ ਕਹਿੰਦੇ ਆ। ਜ਼ਾਹਰੀ ਜ਼ਿਕਰ ਜ਼ੁਬਾਨ ਦੇ ਨਾਲ ਹੁੰਦਾ ਹੈ, ਜਿੱਦਾਂ ਜ਼ੁਬਾਨ ਦੇ ਨਾਲ ਆਪਣੇ ਰੱਬ ਦੀ ਉਸਤਤ ਕਰਨੀ, ਆਪਣੇ ਰੱਬ ਦਾ ਗੁਣਗਾਨ ਕਰਨਾ। ਜਿੱਦਾਂ ਹੁਣ ਅਸੀਂ ਇਸ ਵੇਲੇ ਬੈਠੇ ਨਾ ਪਰਮਾਤਮਾ ਦੀ ਸਿਫਤ ਕਰ ਰਹੇ ਹਾਂ, ਇਹ ਬਾਹਰੀ ਜ਼ਿਕਰ ਹੈ। ਜੇ ਤੁਸੀਂ ਚਾਰ ਇਨਸਾਨਾਂ ਵਿੱਚ ਬਹਿ ਕੇ ਆਪਣੇ ਰੱਬ ਦਾ ਕੋਈ ਜ਼ਿਕਰ ਕਰਦੇ ਹੋ, ਉਹਦੀ ਵਡਿਆਈ ਕਰਦੇ ਹੋ, ਜਾਂ ਕੋਈ ਵੀ ਉਹਦੀ ਉਸਤਤ ਕਰਦੇ ਹੋ, ਜਾਂ ਕਿਸੇ ਜੀਵ ਨੂੰ ਆਪਣੇ ਪਰਮਾਤਮਾ ਦੇ ਘਰ ਦੀ ਗੱਲ ਸੁਣਾਉਂਦੇ ਹੋ, ਤਾਂ ਸਮਝ ਲਓ ਤੁਸੀਂ ਇਹ ਜ਼ੁਬਾਨੀ ਜ਼ਿਕਰ ਕਰ ਰਹੇ ਹੋ, ਇਹ ਜ਼ਾਹਰੀ ਜ਼ਿਕਰ ਕਰ ਰਹੇ ਹੋ। ਪਰ ਇੱਕ ਹੁੰਦਾ ਬਾਤਨੀ। ਬਾਤਨ ਦਾ ਮਤਲਬ ਹੁੰਦਾ ਹਿਰਦੇ ਦਾ, ਦਿਲ ਦਾ, ਕਲਬ ਦਾ ਜ਼ਿਕਰ। ਔਰ ਉਹ ਕਿਹੜਾ ਹੁੰਦਾ ਹੈ? ਉਹ ਜਦੋਂ ਅਸੀਂ ਅੰਦਰ ਅੱਖਾਂ ਬੰਦ ਕਰਕੇ ਸਿਮਰਨ ਕਰਦੇ ਹਾਂ, ਰੱਬ ਰੱਬ ਕਰਦੇ ਹਾਂ ਆਪਣੇ ਅੰਦਰ। ਇਸ ਲਈ ਇੱਥੇ ਮੀਆਂ ਮੁਹੰਮਦ ਬਖਸ਼ ਜੀ ਕਹਿੰਦੇ ਕਿ ਫਕੀਰ ਉਹ ਹੈ ਜਿਹੜੇ ਹਰ ਤਰ੍ਹਾਂ ਨਾਲ ਆਪਣੇ ਰੱਬ ਦਾ ਜ਼ਿਕਰ ਕਰਦੇ ਹੈ, ਕਿ ਜਦੋਂ ਬੈਠਣ ਦਾ ਮੌਕਾ ਮਿਲੇ 10 15 20 100 ਇਨਸਾਨਾਂ ਵਿੱਚ, ਤਾਂ ਉਦੋਂ ਬਾਹਰੀ ਤੌਰ ਤੇ ਜ਼ਿਕਰ ਕਰਦੇ ਹੈ, ਤਾਂ ਜਦੋਂ ਇਕੱਲੇ ਹੁੰਦੇ ਹੈ ਉਦੋਂ ਕਿੱਦਾਂ ਕਰਦੇ ਆ? ਅੰਦਰੂਨੀ ਤੌਰ ਤੇ। ਤਾਂ ਹੀ ਤਾਂ ਕਹਿੰਦੇ ਨੇ ਕਿ ਜੋ ਦਮ ਗਾਫਿਲ ਸੋ ਦਮ ਕਾਫਿਰ, ਕਿ ਜਿਹੜੇ ਫਕੀਰ ਹੁੰਦੇ ਆ ਨਾ ਇੱਕੋ ਹੀ ਗੱਲ ਮੰਨਦੇ ਐ ਕਿ ਜਿਹੜੇ ਦਮ ਨਾਲ ਅਸੀਂ ਆਪਣੇ ਯਾਰ ਨੂੰ ਭੁੱਲ ਗਏ, ਫਿਰ ਉਸੇ ਦਮ ਨਾਲ ਅਸੀਂ ਕਾਫਿਰ ਹੋ ਗਏ। ਇਸ ਲਈ ਉਹ ਕਹਿੰਦੇ ਸਾਨੂੰ ਕੁਫਰ ਨਹੀਂ ਚਾਹੀਦਾ, ਸਾਨੂੰ ਆਪਣੇ ਯਾਰ ਦਾ ਦੀਦਾਰ ਚਾਹੀਦਾ, ਆਪਣੇ ਯਾਰ ਦਾ ਸਾਥ ਚਾਹੀਦਾ, ਆਪਣੇ ਯਾਰ ਦੀ ਮੁਹੱਬਤ ਚਾਹੀਦੀ ਹੈ। ਔਰ ਜੇ ਹਰ ਸਾਹ ਨਾਲ ਉਹਦਾ ਨਾਮ ਚਲੇਗਾ ਤਾਂ ਫੇਰ ਹੀ ਸਾਡੀ ਜ਼ਿੰਦਗੀ ਚੱਲ ਰਹੀ ਹੈ। ਕਿਉਂਕਿ ਉਹ ਕਹਿੰਦੇ ਹੁਣ ਤੇਰਾ ਜ਼ਿਕਰ ਹੀ ਮੇਰੀ ਜ਼ਿੰਦਗੀ ਹੈ। ਦਮ ਦਮ ਸੱਜਣਾ ਦਾ ਨਾਂ ਨਿਕਲੇ, ਇਹੋ ਅਸਲ ਇਬਾਦਤ ਹੁੰਦੀ ਏ। ਮੁਖ ਤੱਕਣਾ ਯਾਰ ਪਿਆਰੇ ਦਾ, ਆਸ਼ਿਕ ਦੀ ਤਿਲਾਵਤ ਹੁੰਦੀ ਹੈ। ਮਹਿਬੂਬ ਆਪਣੇ ਦੀ ਸੂਰਤ ਦਾ ਤਾਈਓ ਨਕਸ਼ ਪੁਕਾਣਾ ਪੈਂਦਾ ਏ। ਮਹਿਬੂਬ ਆਪਣੇ ਦੀ ਸੂਰਤ ਦਾ ਤਾਈਓ ਨਕਸ਼ ਪਕਾਣਾ ਪੈਂਦਾ ਏ। ਉਹ ਖਾਨਾ ਕਾਬਾ ਜਿਸ ਦਿਲ ਵਿੱਚ ਮਹਿਬੂਬ ਦੀ ਸੂਰਤ ਹੁੰਦੀ ਹੈ। ਇਹ ਬੜੀਆਂ ਪਿਆਰੀਆਂ ਇੱਕ ਸ਼ਾਇਰ ਨੇ ਲਾਈਨਾਂ ਲਿਖੀਆਂ, ਔਰ ਇੱਥੇ ਬੜੀ ਪਿਆਰੀ ਕਵਾਲੀ ਵੀ ਬਣੀ ਹੋਈ ਹੈ ਕਿ ਹਰ ਦਮ ਨਾਲ ਆਪਣੇ ਸੱਜਣ ਦਾ, ਯਾਨੀ ਉਹ ਪਰਮਾਤਮਾ ਦਾ, ਉਹ ਪ੍ਰਭੂ ਦਾ, ਕਿਉਂਕਿ ਉਹੀ ਸੱਚਾ ਸਾਥੀ ਹੈ। ਨਾ ਨਿਕਲੇ ਇਹੋ ਅਸਲ ਇਬਾਦਤ। ਇਹ ਤਾਂ ਬੁੱਲੇ ਸ਼ਾਹ ਦੀ ਗੱਲ ਯਾਦ ਕਰੋ। ਬੁੱਲੇ ਸ਼ਾਹ ਨੇ ਕੀ ਕਿਹਾ ਸੀ ਕਿ ਮੁੱਲਾ 5 ਵੇਲੇ ਸਾਨੂੰ ਹਰ ਵੇਲੇ। ਉਹ ਕਹਿੰਦੇ ਤੂੰ ਤਾਂ 5 ਵੇਲੇ ਜਾ ਕੇ ਯਾਦ ਕਰਦਾ ਰੱਬ ਨੂੰ, ਤਾਂ ਸਾਨੂੰ ਤਾਂ ਹਰ ਵੇਲੇ ਉਹਦੀ ਯਾਦ ਆਉਂਦੀ ਹੈ। ਔਰ ਜਿਹੜੇ ਸਾਹ ਨਾਲ ਉਹਦੀ ਇਬਾਦਤ ਚਲੇ, ਉਹ ਸਾਹ ਨਮਾਜ਼ ਤੋਂ ਘੱਟ ਨਹੀਂ ਹੁੰਦਾ। ਕਿਉਂਕਿ ਕਈ ਜਾ ਕੇ 5 ਟਾਈਮ ਨਮਾਜ਼ਾਂ ਪੜ੍ਹਦੇ ਹੈ, ਤਾਂ ਬੁੱਲੇ ਸ਼ਾਹ ਕਹਿੰਦੇ ਹੈ ਅਸੀਂ ਤਾਂ ਹਰ ਵੇਲੇ ਨਮਾਜ਼ ਪੜ੍ਹ ਰਹੇ ਹਾਂ। ਕਿਉਂਕਿ ਸਾਹ ਆਂਦਾ ਵੀ ਉਹਦੀ ਯਾਦ ਵਿੱਚ, ਉਹਦੇ ਨਾਮ ਨਾਲ ਹੈ, ਤਾਂ ਸਾਹ ਜਾਂਦਾ ਵੀ ਉਹਦੇ ਨਾਮ ਨਾਲ ਹੈ। ਔਰ ਜਿਸ ਤਰ੍ਹਾਂ ਦੱਸਿਆ ਕਿ ਜਿਹੜਾ ਸਵਾਸ ਉਹਦੀ ਨਾਮ ਨਾਲ ਜੁੜ ਗਿਆ, ਫਿਰ ਉਹ ਇਬਾਦਤ ਤੋਂ ਘੱਟ ਨਹੀਂ ਹੁੰਦਾ। ਹੁਣ ਤੁਸੀਂ ਜਰਾ ਆਪਣੇ ਆਪ ਨੂੰ ਚੈੱਕ ਕਰਨਾ ਹੈ ਕਿ ਅਸੀਂ ਦਿਨ 'ਚ ਕਿੰਨੀ ਕੁ ਵਾਰ ਇਬਾਦਤ ਕਰਦੇ ਹਾਂ, ਯਾਨੀ ਕਿੰਨੀ ਕੁ ਵਾਰ, ਕਿੰਨੇ ਕੁ ਸਾਹਾਂ ਨਾਲ ਆਪਣੇ ਮਾਲਿਕ ਦਾ, ਆਪਣੇ ਪਰਮਾਤਮਾ ਦਾ, ਆਪਣੇ ਪ੍ਰਭੂ ਦਾ ਨਾਮ ਲੈਂਦੇ ਹਾਂ। ਇਸੇ ਲਈ ਜਦੋਂ ਵੀ ਅਵਸਰ ਮਿਲੇ, ਮੌਕਾ ਮਿਲੇ, ਆਪਣੇ ਰੱਬ ਨੂੰ ਯਾਦ ਕਰਿਆ ਕਰੋ। ਔਰ ਇਹ ਸੋਚਿਆ ਕਰੋ ਕਿ ਹਰ ਸਾਹ ਜੇ ਇਬਾਦਤ ਬਣ ਸਕਦਾ ਹੈ, ਤਾਂ ਫਿਰ ਮੈਂ ਕਿਉਂ ਮੂਰਖਤਾ ਕਰਦਾ ਹਾਂ ਕਿ ਆਪਣੇ ਇਹਨਾਂ ਇੰਨੇ ਕੀਮਤੀ ਸਾਹਾਂ ਨੂੰ ਜੋ ਇਬਾਦਤ ਦੇ ਰੂਪ ਵਿੱਚ ਜਾ ਸਕਦੇ ਹੈ, ਉਹਨਾਂ ਨੂੰ ਵਿਅਰਥ ਕਿਉਂ ਭੇਜ ਰਿਹਾ। ਇਹ ਤਾਂ ਉਹੀ ਗੱਲ ਹੈ ਨਾ ਕਿ ਜਿੱਦਾਂ ਬੰਦਾ ਇਹ ਸਮਝ ਲਵੇ ਕਿ ਮੇਰੇ ਕੋਲ ਕੁਝ ਰੁਪਏ ਹੈ, ਜੇ ਇੱਕ ਇੱਕ ਰੁਪਏ ਦੀ ਵੈਲਿਊ ਪੈ ਸਕਦੀ ਹੈ, ਇੱਕ ਇੱਕ ਰੁਪਏ ਦੀ ਕੀਮਤ ਮਿਲ ਸਕਦੀ ਹੈ, ਤਾਂ ਫਿਰ ਉਹ ਰੁਪਏ ਮੈਂ ਵਿਅਰਥ 'ਚ ਕਿਉਂ ਗਵਾਵਾਂ। ਕਿਉਂਕਿ ਜਿਹੜਾ ਸਮਝਦਾਰ ਹੁੰਦਾ ਹੈ ਨਾ, ਉਹ ਤਾਂ ਸੋਚਦਾ ਹੈ ਕਿ ਜੇ 1 ਰੁਪਇਆ ਵੀ ਹੈ ਨਾ, ਉਹ ਇਦਾਂ ਲਾਵਾਂ ਜਿੱਥੋਂ ਮੈਨੂੰ ਕੋਈ ਫਾਇਦਾ ਹੋਵੇ, ਤੇ ਇੱਕ ਐਸੀ ਜਗ੍ਹਾ ਕਿ ਇਦਾਂ ਲਾਵਾਂ ਕਿ ਜਿੱਥੇ ਕੋਈ ਫਾਇਦਾ ਨਾ ਹੋਵੇ। ਤਾਂ ਸਮਝਦਾਰ ਹਮੇਸ਼ਾ ਕੋਸ਼ਿਸ਼ ਕਰਦਾ ਕਿ ਮੇਰਾ ਇੱਕ ਇੱਕ ਪੈਸਾ ਉੱਥੇ ਲੱਗੇ ਜਿੱਥੋਂ ਮੈਨੂੰ ਲਾਭ ਹੋਵੇ। ਹੁਣ ਇੱਦਾਂ ਸਮਝ ਲਓ ਕਿ ਸਾਡੇ ਸਵਾਸ ਤਾਂ ਰੁਪਇਆ ਪੈਸਿਆਂ ਤੋਂ ਵੀ ਜ਼ਿਆਦਾ ਕੀਮਤੀ ਹੈ। ਇਸ ਲਈ ਕੋਸ਼ਿਸ਼ ਕਰਿਆ ਕਰੋ ਕਿ ਮੇਰਾ ਇੱਕ ਇੱਕ ਸਵਾਸ ਅੱਛਾਈ 'ਚ ਜਾਵੇ, ਇੱਕ ਇੱਕ ਸਵਾਸ
ਚਲੋ ਠੀਕ ਹੈ, ਜਦੋਂ ਧਿਆਨ ਹਟ ਗਿਆ, ਪਰ ਜਦੋਂ ਯਾਦ ਆਵੇ ਕਮ ਸੇ ਕਮ ਉਸਲੇ ਤਾਂ ਮੈਂ ਕੋਸ਼ਿਸ਼ ਕਰਾਂ ਕਿ ਜਦੋਂ ਉਹਦੀ ਯਾਦ ਆਵੇ ਤਾਂ ਉਹਦੇ ਵੀ ਉਹਦਾ ਸਿਮਰਨ ਕਰਨਾ ਸ਼ੁਰੂ ਕਰ ਦੇਵਾਂ। ਔਰ ਇੱਕ ਗੱਲ ਹਮੇਸ਼ਾ ਯਾਦ ਰੱਖਣੀ ਕਿ ਜਦੋਂ ਇਨਸਾਨ ਹਰ ਰੋਜ਼, ਹੁਣ ਫਰਜ਼ ਕਰੋ ਜੇ 24 ਘੰਟੇ ਬੰਦੇ ਕੋਲ ਹੈ ਔਰ 24 ਘੰਟਿਆਂ ਚੋਂ ਜੇ 10 ਮਿੰਟ ਉਹਨਾਂ ਸਿਮਰਨ ਕੀਤਾ, ਉਹਨੂੰ ਯਾਦ ਆਉਂਦਾ ਕਿ ਮੈਂ ਸਿਮਰਨ ਕਰਨਾ ਹੈ, ਹਰ ਸਾਹ ਨਾਲ ਨਾਮ ਲੈਣਾ ਹੈ, ਤਾਂ ਹੋ ਸਕਦਾ ਅੱਜ 10 ਮਿੰਟ ਹੋਵੇ, ਕੱਲ ਨੂੰ 12 ਹੋਵੇ, ਫਿਰ 15 ਹੋਵੇ, ਕਿਉਂਕਿ ਅਗਰ ਕੋਸ਼ਿਸ਼ ਕਰੇ ਤਾਂ ਆਦਤ ਬਣਦੀ ਚਲੀ ਜਾਂਦੀ ਹੈ ਔਰ ਉਹ ਗਿਣਤੀ ਵੱਧਦੀ ਚਲੀ ਜਾਂਦੀ ਹੈ। ਔਰ ਉਹਦਾ ਲਾਭ ਵੀ ਇਨਸਾਨ ਨੂੰ ਜ਼ਰੂਰ ਹੁੰਦਾ ਹੈ, ਕਿਉਂਕਿ ਜਿਹੜਾ ਪਲ ਸਿਮਰਨ ਜਾਂ ਸਤਸੰਗ ਦੇ ਵਿੱਚ ਜਾਂਦਾ ਹੈ, ਸੇਵਾ 'ਚ ਜਾਂਦਾ ਹੈ, ਉਹ ਪਲ ਕਦੀ ਵਿਅਰਥ ਨਹੀਂ ਜਾਂਦਾ। ਇਸ ਲਈ ਇੱਧਰ ਮੀਆਂ ਮੁਹੰਮਦ ਬਖਸ਼ ਜੀ ਦੱਸਦੇ ਹੈ ਕਿ ਫਕਰ ਜ਼ਿਕਰ ਕਰਦੇ ਰੱਬ ਆਪਣੇ ਦਾ ਤੇ ਫਿਕਰ ਕਰਦੇ ਸਭ ਦੀ ਦੂਰ ਮੀਆਂ। ਕਹਿੰਦੇ ਫਕੀਰ ਉਹੀ ਹੈ ਕਿ ਜਿਹੜੇ ਅੰਦਰੋਂ ਔਰ ਬਾਹਰੋਂ ਆਪਣੇ ਰੱਬ ਦਾ ਜ਼ਿਕਰ ਕਰਦੇ ਹੈ, ਤਾਂ ਜਿਹੜੇ ਵੀ ਉਹਨਾਂ ਦੇ ਕੋਲ ਚੱਲ ਕੇ ਆਉਂਦੇ ਹੈ ਨਾ, ਜਿਹੜੇ ਵੀ ਉਹਨਾਂ ਦੀ ਸੋਬਤ ਵਿੱਚ ਆ ਜਾਂਦੇ ਹੈ, ਉਹਨਾਂ ਦੇ ਕੋਲ ਚੱਲ ਕੇ ਆਉਂਦੇ ਹੈ, ਅਗਰ ਉਸ ਇਨਸਾਨ ਦੇ ਜੀਵਨ 'ਚ ਕੋਈ ਟੈਨਸ਼ਨ ਹੈ, ਕੋਈ ਫਿਕਰ ਹੈ, ਕੋਈ ਚਿੰਤਾ ਹੈ, ਕੋਈ ਡਰ ਹੈ, ਤਾਂ ਫਕੀਰ ਇਨਸਾਨ ਦੀ ਉਹ ਚਿੰਤਾ ਨੂੰ, ਉਹ ਡਰ ਨੂੰ, ਉਹ ਫਿਕਰ ਨੂੰ ਦੂਰ ਕਰਦੇ ਹੈ। ਹੁਣ ਕਿੰਨਿਆਂ ਦੇ ਡਰ, ਕਿੰਨਿਆਂ ਦੀ ਚਿੰਤਾ, ਕਿੰਨਿਆਂ ਦੀ ਫਿਕਰ ਮਾਲਕ ਦੇ ਦਰਬਾਰ 'ਚ ਆ ਕੇ ਦੂਰ ਹੋਈ ਹੈ? ਜਰਾ ਆਪ ਹੀ ਦੱਸ ਦਿਓ, ਕਿਉਂਕਿ ਹੁਣ ਕਈਆਂ ਜੀਵਾਂ ਨੇ ਤੇ ਜਦੋਂ ਹੁਣੇ ਦੱਸਿਆ ਜੀਵਾਂ ਨੇ ਕਿ ਪਿਛਲੇ ਹਫਤੇ ਦੁਖੀ ਸੀ ਤਾਂ ਪਹਿਲੀ ਵਾਰੀ ਸਤਸੰਗ ਸੁਣਿਆ, ਯਾਨੀ ਅੱਜ ਪਹਿਲੀ ਹਾਜ਼ਰੀ ਹੈ, ਅੱਜ ਦੂਸਰੀ ਵਾਰ ਦਰਬਾਰ ਤੇ ਆਏ ਹੈ ਤਾਂ ਮੇਰੇ ਜੀਵਨ 'ਚ ਖੁਸ਼ੀਆਂ ਆ ਗਈਆਂ। ਹੁਣ ਪਹਿਲਾਂ ਫਿਕਰ ਸੀ, ਪਰ ਜਿਹੜੇ ਫਕੀਰ ਰੱਬ ਦਾ ਜ਼ਿਕਰ ਕਰਦੇ ਆ, ਜਦੋਂ ਉਹਨਾਂ ਦੇ ਕੋਲ ਆ ਜਾਂਦੇ, ਉਹਨਾਂ ਦੀ ਸੋਬਤ 'ਚ ਆ ਜਾਂਦੇ ਆ, ਤਾਂ ਫਕੀਰਾਂ ਦਾ ਕਰਮ ਹੀ ਇੱਕ ਹੁੰਦਾ ਹੈ। ਉਹ ਚਾਹੁੰਦੇ ਹੀ ਇਹ ਹੁੰਦੇ ਆ ਕਿ ਜਿਹੜਾ ਉਹਨਾਂ ਦੀ ਸ਼ਰਨ 'ਚ ਆ ਗਿਆ, ਉਹਦੇ ਸਾਰੇ ਫਿਕਰ, ਸਾਰੀਆਂ ਚਿੰਤਾਵਾਂ ਕਿਸ ਤਰ੍ਹਾਂ ਦੂਰ ਕੀਤੀਆਂ ਜਾਣ। ਇਸ ਲਈ ਯਾਦ ਰੱਖਣਾ ਕਿ ਤੁਸੀਂ ਜਦੋਂ ਇੱਥੇ ਆ ਕੇ ਬਹਿ ਜਾਂਦੇ ਹੋ ਨਾ ਦਰਬਾਰ 'ਚ, ਜਾਂ ਪ੍ਰੇਮ ਨਾਲ, ਸ਼ਰਧਾ ਨਾਲ ਆ ਜਾਂਦੇ ਹੋ, ਤਾਂ ਸਾਡੀ ਇੱਕੋ ਹੀ ਕੋਸ਼ਿਸ਼ ਹੁੰਦੀ ਹੈ ਔਰ ਦਿਲੋਂ ਕੋਸ਼ਿਸ਼ ਹੁੰਦੀ ਹੈ ਕਿ ਕਿਸ ਤਰ੍ਹਾਂ ਤੁਹਾਡੀਆਂ ਤਕਲੀਫਾਂ, ਦੁੱਖਾਂ ਨੂੰ ਦੂਰ ਕੀਤਾ ਜਾਵੇ, ਤਾਂ ਕਿਸ ਤਰ੍ਹਾਂ ਤੁਹਾਡੇ ਜੀਵਨ 'ਚ ਖੁਸ਼ੀਆਂ, ਆਨੰਦ ਭਰਿਆ ਜਾਵੇ, ਕਿਸ ਤਰ੍ਹਾਂ ਤੁਹਾਡੇ ਚਿਹਰਿਆਂ ਤੇ ਖੁਸ਼ੀ ਆਵੇ, ਕਿਸ ਤਰ੍ਹਾਂ ਤੁਹਾਡੇ ਚਿਹਰਿਆਂ ਤੇ ਮੁਸਕਰਾਹਟ ਆਵੇ, ਤਾਂ ਕਿ ਤੁਸੀਂ ਕਹਿ ਸਕੋ ਕਿ ਮਾਲਿਕ ਦੇ ਦਰਬਾਰ ਤੇ ਜਾਣ ਤੋਂ ਪਹਿਲਾਂ ਸਾਡੇ ਜੀਵਨ 'ਚ ਰੋਣਾ ਸੀ, ਦੁੱਖ ਸੀ, ਪਰ ਹੁਣ ਮਾਲਿਕ ਦੇ ਹੋ ਗਏ ਆ ਤਾਂ ਸਾਡੇ ਰੋਣੇ ਮੁੱਕ ਗਏ, ਤਾਂ ਸਾਡੇ ਜੀਵਨ 'ਚ ਖੁਸ਼ੀਆਂ ਹੀ ਖੁਸ਼ੀਆਂ ਆ ਗਈਆਂ। ਹੁਣ ਇਹ ਕੋਸ਼ਿਸ਼ ਹੈ ਸਾਡੀ, ਔਰ ਅਸੀਂ ਫਿਰ ਕਹੀਦਾ ਹੈ ਕਿ ਉਹਦੇ ਵਾਸਤੇ ਜਿੰਨਾ ਹੋ ਸਕੇ ਅਸੀਂ ਮਿਹਨਤ ਕਰ ਵੀ ਰਹੇ ਹਾਂ ਔਰ ਅੱਗੇ ਕਰਾਂਗੇ ਵੀ। ਤੁਹਾਡੇ ਜੀਵਨ ਦੇ ਵਿੱਚ ਖੁਸ਼ੀਆਂ ਦਾ ਰੰਗ ਭਰਨ ਵਾਸਤੇ, ਤੁਹਾਡੇ ਜੀਵਨ ਨੂੰ ਖੁਸ਼ੀਆਂ ਨਾਲ ਭਰਪੂਰ ਕਰਨ ਵਾਸਤੇ ਜੋ ਵੀ ਹੋਏਗਾ ਉਹ ਅਸੀਂ ਕਰਨ ਨੂੰ ਤਿਆਰ ਹਾਂ, ਕਿਉਂਕਿ ਅਸੀਂ ਪਿੱਛੇ ਨਹੀਂ ਹਟਣ ਵਾਲੇ। ਸਾਡੀ ਸ਼ੁਰੂ ਤੋਂ ਆਦਤ ਰਹੀ ਹੈ ਕਿ ਜੋ ਇੱਕ ਵਾਰ ਸੋਚ ਲਿਆ ਉਹ ਸੋਚ ਲਿਆ, ਔਰ ਇਹ ਤਾਂ ਹਮੇਸ਼ਾ ਦੱਸੀਦਾ ਹੀ ਹੈ कि मैं जीतने के लिए पैदा हुआ हूं और जीत कर दिखाऊंगा, भरोसा है मुझे अपने मालिक पर, मैं अपनी मंजिल पाऊंगा। सो ये साडी सोच है और असी चाहांगे इदां दी सोच तुसी भी अपने अंदर रखो। वीडियो अच्छी लगी हो तो कृपया इसे शेयर जरूर करें। आपके शेयर करने से अगर किसी की जिंदगी में अच्छा बदलाव आता है, पॉजिटिव चेंज आती है, तो ये भी आपकी तरफ से किया गया एक नेक कर्म होगा, एक सेवा होगी। तो वीडियो को शेयर जरूर करें और वीडियो देखने के लिए सर्व संजय दरबार कांटियां शरीफ यूट्यूब चैनल को सब्सक्राइब करें और फेसबुक पेज को फॉलो करना ना भूलें। जय माता दी।